ਤੁਸੀਂ ਜਿਹੜਾ ਪੁੱਛ ਰਹੇ ਹੋ ਕਿ ਕਿੱਥੇ ਲੁਕਿਆ ਹੈ, ਉਹ ਚੀਜ਼ ਤਾਂ ਦੇਖੋ ਮੇਰਾ ਉਹ ਫੀਲ ਨਹੀਂ ਹੈ। ਉਹ ਰੇਡ ਮਾਰ ਰਹੇ ਹੈ, ਟੀਮ ਮਾਰ ਰਹੀ ਹੈ, ਉਹ ਡਿਟੇਲ ਦੇ ਸਕਦੀ ਹੈ ਜੀ। ਮਤਲਬ ਉਹ ਚੀਜ਼ ਹੈ ਜਿੱਥੇ ਮੈਂ ਕਿਤੇ ਵੀ ਉਹਨਾਂ ਦੇ ਡੋਮੇਨ ਦੇ ਵਿੱਚ ਮੈਂ ਤੁਸੀਂ ਮੈਨੂੰ ਕੋਡ ਦਾ ਪੁੱਛੋ ਮੈਂ ਜਵਾਬ ਦੇ ਸਕਦਾ। ਤੁਹਾਨੂੰ ਲੱਗਦਾ ਕਿ ਵਾਕਈ ਇੰਨਾ ਕਿਤੇ ਸੈਣੀ ਲੁਕਿਆ ਇਸ ਮੌਕੇ ਵੀ ਜਿੱਥੇ ਪੁਲਿਸ ਪਹੁੰਚ ਹੀ ਨਹੀਂ ਸਕਦੀ? ਮੰਨ ਲਓ ਸੁਪਰੀਮ ਕੋਰਟ ਤੋਂ ਜੀ, ਜੇ ਤੁਸੀਂ ਮੇਰਾ ਓਪੀਨੀਅਨ ਮੰਗੋ, ਜੀ। ਜੇ ਸੁਪਰੀਮ ਕੋਰਟ ਸੈਣੀ ਦੀ ਅਰਜ਼ੀ ਖਾਰਿਜ ਕਰ ਦਿੰਦੀ ਹੈ ਫਿਰ ਤਾਂ ਮੈਂ ਐਜ਼ ਅ ਲਾਇਰ ਕਹਾਂਗਾ ਸੁਮੇਧ ਸੈਣੀ ਨੂੰ ਪ੍ਰੋਕਲੇਮਡ ਅਫੈਂਡਰ ਡਿਕਲੇਅਰ। ਉਸ ਤੋਂ ਵਧੀਆ ਗੱਲ ਕੀ ਹੋਊਗੀ ਜੇ ਪੰਜਾਬ ਦਾ ਡੀਜੀਪੀ ਭਗੌੜਾ ਕਰਾਰ ਦੇਤਾ ਕੋਰਟ ਨੇ। ਹੁਣ ਮੰਨ ਲਓ ਸੁਮੇਧ ਸੈਣੀ ਦਲੇਰ ਹੁੰਦਾ ਤੇ ਅਰੈਸਟ ਹੁੰਦਾ, ਮੰਨ ਲਓ ਠੋਕ ਕੇ ਅਰੈਸਟ ਹੁੰਦਾ ਕਿ ਜੀ ਮੈਂ ਗਲਤ ਨਹੀਂ ਆ, ਮੈਂ ਸੱਚਾਈ ਲਈ ਖੜਾ, ਅਰੈਸਟ ਕਰੋ। ਜੇ ਉਹ ਗੱਲ ਕਹਿ ਦਿੰਦਾ ਤੇ ਸਾਰਿਆਂ ਸਾਹਮਣੇ ਉਹਦੀ ਕੀ ਛਵੀ ਰਹਿੰਦੀ? ਅੱਜ ਆ ਗਈ ਉਹਦੀ ਸੱਚਾਈ ਸਾਹਮਣੇ, ਜਿਹੜੀ ਮੈਂ ਸ਼ੁਰੂ ਤੋਂ ਕਹਿ ਰਿਹਾ ਕਿ ਸੁਮੇਧ ਸੈਣੀ ਨੇ ਹਾਈਡ ਰਿਪੋਰਟ। ਸੁਮੇਧ ਸੈਣੀ ਦੀ ਸਗੀ ਮਾਸੀ ਸੈਣੀ ਮੋਟਰਸ ਦੀ ਮਾਲਕਿਨ ਸੀ ਜੀ। ਉਹਨੇ ਆਪਣੇ ਦੇਵਰ ਨਾਲ ਸੁਮੇਧ ਸਿੰਘ ਸੈਣੀ ਦੀ ਸਿਸਟਰ ਦੀ ਮੈਰਿਜ ਕਰਾਈ ਤੇ ਸੁਮੇਧ ਸੈਣੀ ਨੇ ਪਰਚੇ ਦਰਜ ਕਰਕੇ ਉਹਨਾਂ ਨੂੰ ਐਸਐਸਪੀ ਲੁਧਿਆਣਾ ਹੁੰਦਾ, ਕਿਉਂਕਿ ਸਿਸਟਰ ਦੀ ਮੈਟਰੀਮੋਨੀਅਲ ਪ੍ਰੋਬਲਮ ਹੋ ਗਈ ਇਹਦੀ, ਇਹਨੇ ਆਪਣੇ ਯੂਜੂਅਲ ਤਰੀਕੇ ਨਾਲ ਉਹਨਾਂ ਤੇ ਪਰਚੇ ਕਰਾ ਤੇ ਫਾਈਨੈਂਸ਼ੀਅਲੀ ਬਰਬਾਦ ਕਰਤਾ। ਜਿਹੜਾ ਕਿ ਬੰਦਾ ਪਹਿਲਾਂ ਬਿੱਲੀ ਸੀ ਤੇ ਹੁਣ ਉਹ ਚੂਹੇ ਵਾਂਗੂ ਲੁਕਦਾ ਫਿਰਦਾ ਤੇ ਉਹੀ ਪੁਲਿਸ ਹੈ ਤੇ ਉਹੀ ਵਰਦੀ ਵੀ ਉਹੀ ਆ ਤੇ ਲੇਕਿਨ ਜਿਹੜੇ ਹਾਲਾਤ ਨੇ ਉਹ ਹੁਣ ਵੱਖਰੇ ਨੇ ਜੀ। ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਵਿੱਚ। ਅੱਜ ਅਸੀਂ ਸਾਬਕਾ ਡੀਜੀਪੀ ਪੰਜਾਬ ਸੁਮੇਧ ਸਿੰਘ ਸੈਣੀ ਦੇ ਕੇਸ ਬਾਰੇ ਗੱਲਬਾਤ ਕਰ ਰਹੇ ਹਾਂ ਤੇ ਸੈਣੀ ਕਿਉਂਕਿ ਇਸ ਮੌਕੇ ਫਰਾਰ ਹੈ, ਅੰਡਰਗਰਾਊਂਡ ਹੈ, ਪੁਲਿਸ ਦੀਆਂ ਟੀਮਾਂ ਨੂੰ ਸੁਮੇਧ ਸਿੰਘ ਸੈਣੀ ਨਹੀਂ ਲੱਭ ਰਿਹਾ। ਹੁਣ ਦੱਸ ਦਿੰਦੇ ਹਾਂ ਕਿ ਛਾਪੇਮਾਰੀ ਕਿੱਥੇ ਕਿੱਥੇ ਪੁਲਿਸ ਦੀਆਂ ਟੀਮਾਂ ਨੇ, ਜੋ SIT ਦੀ ਟੀਮ ਹੈ ਉਹਨੇ ਕੀਤੀ ਆ। ਹੁਸ਼ਿਆਰਪੁਰ ਦੇ ਵਿੱਚ ਰੇਡ ਮਾਰੀ ਗਈ ਆ, ਦਿੱਲੀ, ਮੋਹਾਲੀ, ਸਰਸਾ ਤੇ ਡੱਬ ਵਾਲੀ, ਇਹਨਾਂ 5-6 ਥਾਵਾਂ ਤੇ ਜਿੱਥੇ ਜਿੱਥੇ ਵੀ ਸੁਮੇਧ ਸਿੰਘ ਸੈਣੀ ਦੀ ਰਿਹਾਇਸ਼ ਸੀ ਤੇ ਉੱਥੇ ਹੀ ਜਿਹੜਾ ਇਹ ਛਾਪੇਮਾਰੀ ਕੀਤੀ ਜਾ ਰਹੀ ਆ। ਹੁਣ ਪੁਲਿਸ ਨੂੰ ਪੁੱਛੇ ਕਿ ਜਦੋਂ ਕੋਈ ਬੰਦਾ ਫਰਾਰ ਹੈ ਤੇ ਫਿਰ ਬਈ ਉਹ ਆਪਣੇ ਘਰ ਦੇ ਵਿੱਚ ਕਿਉਂ ਲੁਕੂਗਾ? ਜਾਂ ਫਿਰ ਹੁਣ ਇਹ ਵੀ ਨਹੀਂ ਪਤਾ ਕਿ ਪੁਲਿਸ ਜਿਸ ਘਰ ਦੇ ਵਿੱਚ ਜਾਂਦੀ ਹੈ ਸ਼ਾਇਦ ਉਸ ਘਰ ਦੇ ਵਿੱਚ ਸੁਮੇਧ ਸਿੰਘ ਸੈਣੀ ਹੋਵੇ ਵੀ, ਤੇ ਕੀ ਪਤਾ ਤਲਾਸ਼ੀ ਲੈਂਦੀ ਹੈ ਜਾਂ ਕਿਸ ਤਰੀਕੇ ਦੇ ਨਾਲ ਬਾਹਰੋਂ ਹੀ ਪੁੱਛ ਕੇ ਮੁੜ ਜਾਂਦੀ ਹੈ ਤੇ ਬੈਲ ਵਜਾਉਂਦੀ ਹੈ ਕਿ ਸੈਣੀ ਸਾਹਿਬ ਘਰ ਹੈਗੇ ਜੀ ਜਾਂ ਨਹੀਂ ਹੈ, ਤੇ ਅੱਗੇ ਕਹਿ ਦਿੰਦੇ ਆ ਕਿ ਹੈ ਨਹੀਂ, ਕਿ ਚਲੋ ਮੁੜੇ ਆਓ ਜੀ ਵਾਪਸ, ਛਾਪੇਮਾਰੀ ਹੋ ਗਈ ਹੈ। ਤੇ ਇਸ ਤਰ੍ਹਾਂ ਦਾ ਵੀ ਹੋ ਸਕਦਾ ਤੇ ਇਹ ਵੀ ਹੋ ਸਕਦਾ ਕਿ ਸਾਰਾ ਕੁਝ ਸਾਡੀ ਪੁਲਿਸ ਨੂੰ ਵੀ ਪਤਾ ਤੇ ਜਾਣ ਬੁੱਝ ਕੇ ਫਿਰ ਹਜੇ ਟਾਈਮ ਦਿੱਤਾ ਜਾ ਰਿਹਾ, ਕਿਉਂਕਿ ਇੱਕ ਸਾਬਕਾ ਸਾਡਾ ਬੌਸ ਹੈ ਜੀ ਤੇ ਇਹਦੇ ਨਾਲ ਅਸੀਂ ਇੰਨਾ ਧੱਕਾ ਅਸੀਂ ਕਰ ਨਹੀਂ ਸਕਦੇ। ਇੱਕ ਲਿਹਾਜ਼ ਵੀ ਹੋ ਸਕਦਾ ਕਿ ਵਰਤ ਰਹੀ ਹੈ ਪੁਲਿਸ, ਤੇ ਬਹੁਤ ਸਾਰੀਆਂ ਗੱਲਾਂ ਨੇ। ਤੇ ਇਸੇ ਕਰਕੇ ਅਸੀਂ ਹੁਣ ਗੱਲਬਾਤ ਕਰਾਂਗੇ ਜੀ ਬਲਵੰਤ ਸਿੰਘ ਮੁਲਤਾਨੀ ਪੱਖ ਦੇ ਵਕੀਲ ਨੇ ਜਿਹੜੇ ਪ੍ਰਦੀਪ ਵਿਰਕ, ਇਹ ਅਦਾਲਤ ਦੇ ਵਿੱਚ ਕੇਸ ਲੜ ਰਹੇ ਨੇ ਤੇ ਲਗਾਤਾਰ ਇਹਨਾਂ ਨੇ ਹੀ ਵਿਰੋਧ ਕੀਤਾ ਸੀ ਕਿ ਸੁਮੇਧ ਸਿੰਘ ਸੈਣੀ ਨੂੰ ਅਗਾਊ ਜ਼ਮਾਨਤ ਨਹੀਂ ਮਿਲਣੀ ਚਾਹੀਦੀ। ਤੇ ਉਹਨਾਂ ਦੇ ਬਾਰੇ ਹੋਰ ਗੱਲਬਾਤ ਕਰਦੇ ਹਾਂ। ਇਸ ਮੌਕੇ ਸਾਡੇ ਨਾਲ ਖੁਦ ਲਾਈਨ ਤੇ ਮੌਜੂਦ ਨੇ ਜੀ ਐਡਵੋਕੇਟ ਪ੍ਰਦੀਪ ਵਿਰਕ ਜੀ। ਵਿਰਕ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਅੱਛਾ ਵਿਰਕ ਸਾਹਿਬ, ਅਸੀਂ ਵਿਚਾਰਾਂ ਕਰ ਰਹੇ ਹਾਂ, ਸਾਡੇ ਦਰਸ਼ਕ ਵੀ ਸਾਡੇ ਨਾਲ ਗੱਲਾਂ ਕਰਦੇ ਨੇ, ਤੇ ਕੀ ਆਖਿਰਕਾਰ ਅਜਿਹੀ ਕਿਹੜੀ ਥਾਂ ਆ ਜਿੱਥੇ ਸੁਮੇਧ ਸਿੰਘ ਸੈਣੀ ਜਾ ਕੇ ਲੁਕ ਗਿਆ ਤੇ ਪੰਜਾਬ ਪੁਲਿਸ ਨੂੰ ਪਤਾ ਨਹੀਂ ਲੱਗਦਾ ਕਿ ਉਹ ਹੈ ਕਿੱਥੇ ਆ? ਇਸ ਬਾਰੇ ਵੀ ਅਸੀਂ ਤੁਹਾਡੇ ਵਿਚਾਰ ਜਾਣਨੇ ਚਾਹੁੰਦੇ ਹਾਂ। ਤੇ ਜਿਹੜੀ ਕੱਲ ਅਗਾਊ ਜ਼ਮਾਨਤ ਦੀ ਪਟੀਸ਼ਨ ਜਿਹੜੀ ਖਾਰਜ ਕੀਤੀ ਹੈ ਤੇ ਉਹਦੇ ਬਾਰੇ ਵੀ ਥੋੜਾ ਸਾਨੂੰ ਜਾਣਕਾਰੀ ਦਿਓ ਕਿ ਹੁਣ ਅੱਗੇ ਕੀ ਅਦਾਲਤ ਕੋਈ ਰਾਹਤ ਦੇ ਸਕਦੀ ਹੈ ਜਾਂ ਫਿਰ ਸਾਰੀਆਂ ਹੀ ਜਿਹੜੀਆਂ ਜੋ ਰਾਹਾਂ ਨੇ ਉਹ ਹੁਣ ਸੈਣੀ ਦੇ ਲਈ ਬੰਦ ਹੋ ਗਈਆਂ? ਅਦਾਲਤ ਅਜੇ ਤਾਂ ਸੁਪਰੀਮ ਕੋਰਟ ਦਾ ਰਾਏ ਇਹਦੇ ਕੋਲ ਪੈਂਡਿੰਗ ਹੈ, ਉਹਦੇ ਤਾਂ ਕੋਈ ਗੱਲ ਹੈ ਨਹੀਂ ਕਿ ਦੋ ਰਾਏ ਨਹੀਂ ਹੈ ਕਿ ਜੋ ਚਾਵੇ ਜਦੋਂ ਚਾਵੇ ਇਹ ਸੁਪਰੀਮ ਕੋਰਟ ਜਾਊਗਾ ਵੀ ਔਰ ਜਾਣਾ ਬਣਦਾ ਵੀ ਹੈ ਜਦੋਂ ਅਗਲੇ ਕੋਲੋਂ ਰੈਮੇਡੀ ਹੈ ਜੀ। ਪਰ ਗੱਲ ਫਿਰ ਉਹੀ ਆਉਂਦੀ ਹੈ ਕਿ ਸੁਪਰੀਮ ਕੋਰਟ ਤੋਂ ਇਹਨੂੰ ਰਿਲੀਫ ਮਿਲਦੀ ਹੈ, ਇਹਨੂੰ ਰਾਹਤ ਮਿਲਦੀ ਹੈ ਕਿ ਨਹੀਂ ਮਿਲਦੀ। ਚੀਜ਼ ਉਹਦੇ ਤੇ ਡਿਪੈਂਡ ਕਰਦੀ ਹੈ। ਦੂਜੀ ਗੱਲ ਇਹ ਹੋ ਜਾਂਦੀ ਹੈ ਕਿ ਜਦੋਂ ਤੁਸੀਂ ਜਿਹੜਾ ਪੁੱਛ ਰਹੇ ਹੋ ਕਿ ਕਿੱਥੇ ਲੁਕਿਆ ਹੈ, ਉਹ ਚੀਜ਼ ਤਾਂ ਦੇਖੋ ਮੇਰਾ ਉਹ ਫੀਲ ਨਹੀਂ ਹੈ। ਉਹ ਰੇਡ ਮਾਰ ਰਹੇ ਹੈ, ਟੀਮ ਮਾਰ ਰਹੀ ਹੈ, ਉਹ ਡਿਟੇਲ ਦੇ ਸਕਦੀ ਹੈ ਜੀ। ਮਤਲਬ ਉਹ ਚੀਜ਼ ਹੈ ਜਿੱਥੇ ਮੈਂ ਕਿਤੇ ਵੀ
ਉਹਨਾਂ ਦੇ ਡੋਮੇਨ ਦੇ ਵਿੱਚ ਮੈਂ ਤੁਸੀਂ ਮੈਨੂੰ ਕੋਰਟ ਦਾ ਪੁੱਛੋ ਮੈਂ ਜਵਾਬ ਦੇ ਸਕਦਾ। ਨਹੀਂ ਵਿਰਕ ਸਾਹਿਬ, ਕਿਉਂਕਿ ਠੀਕ ਹੈ ਤੁਸੀਂ ਹੁਣ ਤੱਕ ਅਨੇਕਾਂ ਕੇਸ ਲੜੇ ਨੇ ਕਿ ਬਹੁਤ ਸਾਰੀਆਂ ਗ੍ਰਿਫਤਾਰੀਆਂ ਵੀ ਤੁਸੀਂ ਦੇਖੀਆਂ ਹੀ ਨੇ ਕਿ ਪੁਲਿਸ ਕਿੱਦਾਂ ਗ੍ਰਿਫਤਾਰ ਕਰਦੀ ਹੈ। ਤੁਹਾਨੂੰ ਲੱਗਦਾ ਕਿ ਵਾਕਈ ਇੰਨਾ ਕਿਤੇ ਸੈਣੀ ਲੁਕਿਆ ਇਸ ਮੌਕੇ ਵੀ ਜਿੱਥੇ ਪੁਲਿਸ ਪਹੁੰਚ ਹੀ ਨਹੀਂ ਸਕਦੀ? ਨਹੀਂ, ਗੱਲ ਇਹ ਨਹੀਂ ਹੁੰਦੀ, ਗੱਲ ਬੜੀ ਸਿੰਪਲ ਹੈ ਜੀ। ਮੈਂ ਕਦੇ ਵੀ ਉਸ ਏਜੰਸੀ ਤੇ ਕਮੈਂਟ ਨਹੀਂ ਕਰਦਾ ਜਿਹਦੀ ਮੈਨੂੰ ਚੀਜ਼ ਨਾ ਪਤਾ। ਤੁਸੀਂ ਹੁਣ ਮੈਂ ਤੁਹਾਨੂੰ ਇਹ ਕਹਿ ਦਿਆਂ ਜੀ ਪੁਲਿਸ ਨੇ ਆ ਨਹੀਂ ਕੀਤਾ, ਪੁਲਿਸ ਨੇ ਨਹੀਂ ਕੀਤਾ, ਮੈਨੂੰ ਕੀ ਪਤਾ ਉਹ ਕਿਵੇਂ ਨਿਕਲਿਆ, ਕਿੱਥੇ ਨਿਕਲਿਆ। ਮੇਰੇ ਕੰਮ ਦੇ ਵਿੱਚ ਮੈਂ ਉਹਨਾਂ ਨੂੰ ਦਖਲਅੰਦਾਜ਼ੀ ਨਹੀਂ ਕਰਨ ਦਿੰਦਾ। ਹੁਣ ਤੁਹਾਡੇ ਜਿੰਨੇ ਦਰਸ਼ਕ ਕਹਿ ਰਹੇ ਹੈ ਮੈਂ ਕਿਵੇਂ ਐਸਆਈਟੀ ਦੇ ਉੱਤੇ ਕਿਤੇ ਵੀ ਕਮੈਂਟ ਕਰਦਾ। ਵਿਰਕ ਸਾਹਿਬ ਜੇ ਵਿਰਕ ਸਾਹਿਬ ਮੰਨ ਲਓ ਅਗਲੇ 10 ਦਿਨ ਵੀ ਨਿਕਲ ਜਾਂਦੇ ਆ ਤੇ ਕੋਈ ਗ੍ਰਿਫਤਾਰੀ ਨਹੀਂ ਹੁੰਦੀ, ਕੀ ਤੁਸੀਂ ਅਦਾਲਤ ਦੇ ਵਿੱਚ ਇਸ ਚੀਜ਼ ਨੂੰ ਸਵਾਲ ਨਹੀਂ ਚੁੱਕੋਗੇ ਕਿ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ? ਇੰਨੇ ਦਿਨ ਨਿਕਲ ਜਾਂਦੇ ਆ, ਜਾਂ ਤਾਂ ਇਹਨਾਂ ਨੂੰ ਵਾਰੰਟ ਲੈ ਕੇ ਉਹਨੂੰ ਅਰੈਸਟ ਕਰ ਲੈਣਗੇ, ਜੇ ਨਹੀਂ ਕਰਦੇ ਇਹਨਾਂ ਕੋਲ ਕੀ ਚਾਰਾ ਹੈ, ਇਹਨਾਂ ਨੂੰ ਉਹਨੂੰ ਪ੍ਰੋਕਲੇਮਡ ਅਫੈਂਡਰ ਡਿਕਲੇਅਰ ਕਰਵਾਉਣਾ ਹੋਣਾ। ਮੰਨ ਲਓ ਸੁਪਰੀਮ ਕੋਰਟ ਤੋਂ ਜੀ ਜੇ ਤੁਸੀਂ ਮੇਰਾ ਓਪੀਨੀਅਨ ਮੰਗੋ, ਜੇ ਸੁਪਰੀਮ ਕੋਰਟ ਸੈਣੀ ਦੀ ਅਰਜ਼ੀ ਖਾਰਿਜ ਕਰ ਦਿੰਦੀ ਹੈ ਫਿਰ ਤਾਂ ਮੈਂ ਐਜ਼ ਅ ਲਾਇਰ ਕਹਾਂਗਾ ਸੁਬੇਰ ਸੈਣੀ ਨੂੰ ਪ੍ਰੋਕਲੇਮਡ ਅਫੈਂਡਰ ਡਿਕਲੇਅਰ ਹੋ ਜਾਏ ਜੀ। ਉਸ ਤੋਂ ਵਧੀਆ ਗੱਲ ਕੀ ਹੋਊਗੀ ਕਿ ਪੰਜਾਬ ਦਾ ਡੀਜੀਪੀ ਭਗੌੜਾ ਕਰਾਰ ਦਿੱਤਾ ਕੋਰਟ ਨੇ। ਬਿਲਕੁਲ। ਸੋ ਇਸ ਕਰਕੇ ਹੁਣ ਮੰਨ ਲਓ ਸੁਮੇਰ ਸੈਣੀ ਦਲੇਰ ਹੁੰਦਾ ਤੇ ਅਰੈਸਟ ਹੁੰਦਾ, ਮੰਨ ਲਓ ਠੋਕ ਕੇ ਅਰੈਸਟ ਹੁੰਦਾ ਕਿ ਜੀ ਮੈਂ ਗਲਤ ਨਹੀਂ ਆ, ਮੈਂ ਸੱਚਾਈ ਲਈ ਖੜਾ, ਅਰੈਸਟ ਕਰੋ। ਜੇ ਉਹ ਗੱਲ ਕਹਿ ਦਿੰਦਾ ਤੇ ਸਾਰਿਆਂ ਸਾਹਮਣੇ ਉਹਦੀ ਕੀ ਛਵੀ ਰਹਿੰਦੀ? ਅੱਜ ਆ ਗਈ ਉਹਦੀ ਸੱਚਾਈ ਸਾਹਮਣੇ, ਜਿਹੜੀ ਮੈਂ ਸ਼ੁਰੂ ਤੋਂ ਕਹਿ ਰਿਹਾ ਕਿ ਸੁਮੇਰ ਸੈਣੀ ਨਿਹਾਇਤ ਡਰਪੋਕ ਇਨਸਾਨ, ਆ ਗਈ ਉਹਦੀ ਅਸਲੀਅਤ ਸਾਹਮਣੇ। ਕਿਵੇਂ ਡਰ ਕੇ ਭੱਜਿਆ, ਕਿਵੇਂ ਲੁਕਦਾ ਫਿਰਦਾ। ਸੋ ਅੱਜ ਦੀ ਤਰੀਕ 'ਚ ਉਹਨੂੰ ਭੱਜ ਲੈਣ ਦਿਓ, ਤਸੱਲੀ ਕਰ ਲੈਣ ਦਿਓ, ਠੀਕ ਨਹੀਂ ਗੱਲ? ਵਿਰਕ ਸਾਹਿਬ ਤੁਸੀਂ ਸ਼ੁਰੂ ਤੋਂ ਇਹ ਕੇਸ ਨੂੰ ਦੇਖਦੇ ਆ ਰਹੇ ਹੋ, ਤੁਹਾਨੂੰ ਕੀ ਲੱਗਦਾ ਕਿ ਟਰਨਿੰਗ ਪੁਆਇੰਟ ਕੀ ਸੀ? ਕਿਹੜਾ ਉਹ ਮੂਵਮੈਂਟ ਸੀ ਕਿ ਜਿਹੜੇ ਇਹਦੇ ਪੁਰਾਣੇ ਦੋ ਸਾਥੀ ਜਿਹੜੇ ਐਕਸ-ਕੌਪ ਸੀ ਉਹ ਜਦੋਂ ਵਾਅਦਾ ਮਾਫ ਗਵਾਹ ਬਣੇ ਨੇ, ਕਿ ਉਹ ਇਸ ਕੇਸ ਦਾ ਟਰਨਿੰਗ ਪੁਆਇੰਟ ਸੀ? ਦੇਖੋ ਟਰਨਿੰਗ ਪੁਆਇੰਟ ਤਾਂ ਰੱਬ ਵੱਲੋਂ ਜਦੋਂ ਕਿਸੇ ਵੀ ਕੋਈ ਕੇਸ ਦੇ ਵਿੱਚ ਮਤਲਬ ਹੁਣ ਜਿਵੇਂ 164 ਦੇ ਬਿਆਨ ਮਿਸਿਸ ਜੀਕੇ ਮਾਨ ਦੇ ਮੈਂ ਕਰਵਾਏ ਕਿਉਂਕਿ ਉਦੋਂ ਪ੍ਰੋਸੀਕਿਊਸ਼ਨ ਕੋਲ ਕੋਈ ਗਵਾਹ ਹੈ ਨਹੀਂ ਸੀ। ਮੈਂ ਉਹਨਾਂ ਨੂੰ ਐਜ਼ ਅ ਲਾਇਰ ਕਿਹਾ, ਮੈਂ ਕਿਹਾ ਮੈਮ ਆਓ ਤੇ ਕੋਰਟ ਦੇ ਵਿੱਚ ਖੜੇ ਹੋ ਜਾਓ, ਬਿਕੋਜ਼ ਪ੍ਰੋਸੀਕਿਊਸ਼ਨ ਕੋਲ ਕੋਈ ਗਵਾਹ ਹੈ ਨਹੀਂ, ਕੁਛ ਹੈ ਹੀ ਨਹੀਂ। 5 ਦਿਨ ਹੋਏ, 4 ਦਿਨ ਹੋਏ ਐਫਆਈਆਰ ਦਰਜ ਹੋਇਆ ਜੀ। ਮੈਡਮ ਕੋਰਟ ਦੇ ਵਿੱਚ ਵੀ ਆ ਗਏ। ਸੋ ਜੇ ਉਸ ਟਾਈਮ ਦੀ ਤੁਸੀਂ ਚੀਜ਼ ਵੇਖੋ, ਪਹਿਲੀ ਐਵੀਡੈਂਸ ਤਾਂ ਉਸੇ ਵੇਲੇ ਆ ਗਈ ਸੀ ਕੋਰਟ ਦੇ ਵਿੱਚ। ਪਹਿਲੇ ਵਿਟਨੈਸ ਨੇ ਆ ਕੇ ਆਪਣੀ ਸਟੇਟਮੈਂਟ ਬਿਆਨ ਕਰਤੀ ਸੀ ਜੀ। ਦੂਜੀ ਗੱਲ ਮਿਸਟਰ ਸਰਬਜੀਤ ਕੌਰ ਆ ਕੇ ਦੇ ਗਏ ਜੀ। ਟਰਨਿੰਗ ਪੁਆਇੰਟ ਦੀ ਜੇ ਤੁਸੀਂ ਗੱਲ ਕਰੋ, ਵਾਦਾ ਮਾਫ ਗਵਾਹ ਡੈਫੀਨੇਟਲੀ ਇੱਕ ਟਰਨਿੰਗ ਪੁਆਇੰਟ ਲਿਆਤਾ ਵੱਡਾ, ਪਰ ਉਸ ਤੋਂ ਪਹਿਲਾਂ ਕਾਫੀ ਕੁਝ ਬਣ ਗਿਆ ਸੀ। ਨਿਕਲਣਾ ਇਹਨੇ ਉਦੋਂ ਵੀ ਨਹੀਂ ਸੀ ਜੀ ਜੀ ਜੀ। ਪਰ ਇਹ ਜ਼ਰੂਰ ਹੈ ਕਿ ਐਕਸਪੀਡਾਈਟ ਹੋ ਗਈ ਤਫਤੀਸ਼। ਜਿਹੜਾ ਮੇਨ ਫਰਕ ਹੈ ਤਫਤੀਸ਼ ਐਕਸਪੀਡਾਈਟ ਹੋਣ ਦਾ ਪੈ ਗਿਆ ਜੀ ਜੀ। ਉਹੀ ਚੀਜ਼ ਜਿਹੜੀ ਸਮਝੋ 2 ਮਹੀਨਿਆਂ ਬਾਅਦ ਹੋਣੀ ਸੀ ਉਹ ਛੇਤੀ ਹੋ ਗਈ ਤੇ ਸੌਖੀ ਹੋ ਗਈ। ਆ ਫਰਕ ਪਿਆ ਜੀ, ਕਿਉਂਕਿ ਉਹਨਾਂ ਨੇ ਆ ਕੇ ਉਹ ਕਮਰੇ ਦੀ ਡਿਟੇਲਸ ਦੇਤੀਆਂ ਕਿ ਕਮਰੇ 'ਚ ਆਹ ਚੀਜ਼ਾਂ ਹੋਈਆਂ ਜਿਹੜੀਆਂ ਵੈਸੇ ਬਾਹਰ ਨਹੀਂ ਆਉਣੀਆਂ ਸੀ। ਬਿਲਕੁਲ ਠੀਕ ਹੈ ਨਾ। ਅਦਰਵਾਈਜ਼ ਤੁਸੀਂ ਸੁਮੇਰ ਸੈਣੀ ਦੇ ਐਂਗਲ ਤੋਂ ਵੇਖੋ, ਸੁਮੇਰ ਸੈਣੀ ਕੀ ਕਰੀ ਜਾਂਦਾ, ਕਦੇ ਜੀ ਸੀਐਮ ਸਾਹਿਬ ਦਾ ਨਾਂ ਲੈਤਾ, ਕਦੇ ਕਿਸੇ ਦਾ ਲੈਤਾ। ਉਹਨੂੰ ਪਤਾ ਹੈ ਕਿ ਮੈਂ ਇਹੋ ਜਿਹੀ ਕਹਾਣੀ ਗੜ ਕੇ ਬਚ ਸਕਦਾ ਤੇ ਬਚ ਸਕਦਾ ਜੀ। ਓਬਵੀਅਸਲੀ ਗੱਲ ਹੈ ਜੀ, ਸੁਮੇਰ ਸੈਣੀ ਨੂੰ ਐਕਚੁਅਲ ਸਪੋਰਟ ਮਤਲਬ ਸੁਮੇਰ ਦੇ ਉਲਟ ਜਾ ਰਹੇ ਹੁੰਦੇ ਸੀਐਮ ਸਾਹਿਬ ਤੇ 3.5 ਸਾਲ ਵੀ ਕਿੱਥੇ ਟੱਪਣੇ ਸੀ। ਸਰਕਾਰ 3.5 ਸਾਲ ਟੱਪਣ ਦਿੰਦੀ, ਉਹਨੂੰ ਪਹਿਲੇ ਦਿਨ ਚੁੱਕ ਕੇ ਅੰਦਰ ਦਿੱਤਾ ਹੁੰਦਾ ਜੀ। ਅੱਛਾ, ਦਿੱਲੀ ਦੇ ਵਿੱਚ ਜਿਹੜੇ ਕੇਸ ਨੇ ਉਹਨਾਂ ਦਾ ਕੀ ਸਟੇਟਸ ਹੈ, ਜੇ ਤੁਸੀਂ ਸਾਨੂੰ ਦੱਸ ਸਕਦੇ ਹੋ, ਜਿਹੜੇ ਸੁਮੇਰ ਸਿੰਘ ਸੈਣੀ ਦੇ ਖਿਲਾਫ? ਪੂਰੀ ਡਿਟੇਲ ਦੇ ਦੇਣਾ, ਦੱਸੋ। ਦੇਖੋ ਦਿੱਲੀ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਨਾ 2000 ਉਹ ਕੇਸ 94 ਦਾ ਹੈ ਜੀ। ਸੀਬੀਆਈ ਕੋਲ ਇਨਵੈਸਟੀਗੇਸ਼ਨ 94 ਚਲੀ ਗਈ ਸੀ। ਫਿਰ ਇਹ ਤਫਤੀਸ਼ 2000 ਦੇ ਵਿੱਚ ਸੀਬੀਆਈ ਨੇ ਚਲਾਨ ਫਾਈਲ ਕੀਤਾ ਉਸ ਕੇਸ ਦੇ ਵਿੱਚ। 2004 ਦੇ ਵਿੱਚ ਸੁਪਰੀਮ ਕੋਰਟ ਨੇ ਉਹ ਟ੍ਰਾਇਲ ਅੰਬਾਲਾ ਤੋਂ ਟ੍ਰਾਂਸਫਰ ਕੀਤਾ, ਲੁਧਿਆਣਾ ਦਾ ਕੇਸ ਸੀ ਪਰ ਚਲਾਨ ਅੰਬਾਲਾ ਫਾਈਲ ਹੋਇਆ ਜੀ। ਜੇ ਵਿਰਕ ਸਾਹਿਬ ਥੋੜਾ ਜਿਹਾ ਕੇਸ ਬਾਰੇ 2 ਲਾਈਨਾਂ ਦੇ ਵਿੱਚ ਦੱਸ ਸਕੋ ਕਿ ਕੇਸ ਹੈ ਕੀ ਸੀ? ਕੇਸ ਇਹ ਸੀ, ਸੁਮੇਰ ਸੈਣੀ ਦੀ ਸਗੀ ਮਾਸੀ ਸੈਣੀ ਮੋਟਰਸ ਦੀ ਮਾਲਕਿਨ ਸੀ ਜੀ। ਉਹਨੇ ਆਪਣੇ ਦੇਵਰ ਨਾਲ ਸੁਮੇਰ ਸਿੰਘ ਸੈਣੀ ਦੀ ਸਿਸਟਰ ਦੀ ਮੈਰਿਜ ਕਰਾਈ ਸੀ। ਓਕੇ। ਤੇ ਸੁਮੇਰ ਸੈਣੀ ਨੇ ਪਰਚੇ ਦਰਜ ਕਰਕੇ ਉਹਨਾਂ ਨੂੰ ਐਸਐਸਪੀ ਲੁਧਿਆਣਾ ਹੁੰਦਾ ਕਿਉਂਕਿ ਸਿਸਟਰ ਦੀ ਮੈਟਰੀਮੋਨੀਅਲ ਪ੍ਰੋਬਲਮ ਹੋ ਗਈ ਇਹਦੀ, ਇਹਨੇ ਆਪਣੇ ਯੂਜੂਅਲ ਤਰੀਕੇ ਨਾਲ ਉਹਨਾਂ ਤੇ ਪਰਚੇ ਕਰਾ ਤੇ ਫਾਈਨੈਂਸ਼ੀਅਲੀ ਬਰਬਾਦ ਕਰਤਾ ਜੀ, ਝੂਠੇ ਪਰਚੇ ਕਰਕੇ। ਹੁਣ ਥੋੜੇ ਫਿਰ ਇਹ ਟ੍ਰਾਂਸਫਰ ਆਊਟ ਹੋ ਗਿਆ ਉੱਥੋਂ। ਜਦੋਂ ਇਹ ਵਾਪਸ ਉੱਥੇ ਪੋਸਟ ਹੋਇਆ ਤੇ ਉਹ ਰਿਕਵਰ ਕਰ ਗਏ ਸੀ ਫਾਈਨੈਂਸ਼ੀਅਲੀ, ਜੋ ਚੀਜ਼ ਇਹਨੂੰ ਸਮਝ ਨਹੀਂ ਆਈ ਕਿ ਕਿਵੇਂ ਰਿਕਵਰ ਕਰ ਗਏ। ਫਿਰ ਇਹਨੇ ਉਹਨਾਂ ਤੇ ਪਤਾ ਕੀਤਾ ਤੇ ਉਹਨਾਂ ਦੇ ਫਾਈਨੈਂਸਰ ਸੀਗੇ ਜੀ,
ਵਾਲੀਆ ਫੈਮਿਲੀ ਜੀ ਇਹਨੇ ਉਹ ਬੰਦੇ ਚੁੱਕ ਕੇ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਫਾਈਨੈਂਸ ਨਹੀਂ ਕਰਨਾ। ਉਹ ਕਹਿੰਦੇ ਜੀ ਸਾਡਾ ਤਾਂ ਕੰਮ ਫਾਈਨੈਂਸ ਕਰਨਾ, ਸਾਡਾ ਕੀ ਲੈਣਾ ਦੇਣਾ ਇਹਨਾਂ ਚੀਜ਼ਾਂ ਨਾਲ। ਫਿਰ ਇਹਨੇ ਉਹਨਾਂ ਨੂੰ ਚੁੱਕ ਕੇ ਝੂਠੇ ਪਰਚਿਆਂ 'ਚ ਲਪੇਟਣਾ ਸ਼ੁਰੂ ਕਰਤਾ। ਉਹ ਅੱਗਿਓਂ ਲੜ ਪਏ, ਉਹਨਾਂ ਨੂੰ ਇਹਨੇ ਐਲੀਮੀਨੇਟ ਕਰਤਾ। ਉਹ ਕੇਸ ਸੀਬੀਆਈ ਨੂੰ ਟ੍ਰਾਂਸਫਰ ਹੋ ਗਿਆ। ਜਿਹੜੇ ਜੱਜ ਸਾਹਿਬ ਨੇ ਟ੍ਰਾਂਸਫਰ ਕੀਤਾ, ਉਹ ਜੱਜ ਸਾਹਿਬ ਨੂੰ ਇਹਨੇ ਧਮਕਾਇਆ। ਉਹਨਾਂ ਨੇ ਆਰਡਰ 'ਚ ਲਿਖਿਆ ਕਿ ਸੁਮੇਧ ਸਿੰਘ ਸੈਣੀ ਦਾ ਜਦੋਂ ਮੈਂ ਕੇਸ ਸੁਣ ਰਿਹਾ ਉਦੋਂ ਦੀਆਂ ਮੈਨੂੰ ਇਸ ਤਰ੍ਹਾਂ ਧਮਕੀਆਂ ਆ ਰਹੀਆਂ ਜੀ। ਉਹ ਸਾਰਾ ਕੁਝ ਹੋ ਜਾਣ ਤੋਂ ਬਾਅਦ ਫਾਈਨਲੀ ਇਨਵੈਸਟੀਗੇਸ਼ਨ ਜੋ ਸੀਬੀਆਈ ਨੇ ਕਰ ਲਈ, ਜੋ ਵੀ ਮੈਨੇਜ ਕੀਤਾ, ਸਾਰਾ ਕੁਝ ਕੀਤਾ, ਚਲਾਨ ਇਹਦੇ ਖਿਲਾਫ 2000 ਚ ਫਾਈਲ ਹੋਇਆ ਜੀ ਅੰਬਾਲਾ ਦੇ ਵਿੱਚ। ਕਿਉਂਕਿ ਪੰਜਾਬ ਦਾ ਕੇਸ ਸੀ, ਇਹਦਾ ਇਨਫਲੂਐਂਸ ਸੀ ਸਾਰਾ। ਅੰਬਾਲਾ ਚਲਾਨ ਫਾਈਲ ਹੋਇਆ ਐਂਡ 2004 ਦੇ ਵਿੱਚ ਇਹ ਟ੍ਰਾਇਲ ਸੁਪਰੀਮ ਕੋਰਟ ਨੇ ਦਿੱਲੀ ਟ੍ਰਾਂਸਫਰ ਕਰਤੀ, ਪੰਜਾਬ ਹਰਿਆਣਾ ਦੀ ਜੁਰਿਸਡਿਕਸ਼ਨ ਚੋਂ ਬਾਹਰ। ਹੁਣ ਉਸ ਵੇਲੇ ਡੀਆਈਜੀ ਸੀ ਜੀ, ਹੁਣ ਇਹ ਡੀਜੀਪੀ ਰੈਂਕ ਤੋਂ ਰਿਟਾਇਰ ਹੋਇਆ। ਚਾਰਜਸ ਫਰੇਮ ਜਿਹੜੇ ਹੋਏ, ਟ੍ਰਾਇਲ ਸ਼ੁਰੂ ਹੋਈ ਇਹਦੇ ਤੇ, ਉਹ 2007 ਦੇ ਵਿੱਚ ਸ਼ੁਰੂ ਹੋਈ ਜੀ। ਇਹ ਉਹ ਵੀ ਡਿਲੇ ਕਰਦਾ ਰਿਹਾ। ਹੁਣ 13 ਸਾਲ ਹੋ ਗਏ, ਪ੍ਰੋਸੀਕਿਊਸ਼ਨ ਐਵੀਡੈਂਸ ਸਮਝੋ ਕੰਪਲੀਟ ਹੋਣ ਵਾਲੀ ਹੈ ਜੀ, ਐਂਡ ਤੇ ਹੈ ਪ੍ਰੋਸੀਕਿਊਸ਼ਨ ਐਵੀਡੈਂਸ। ਸੋ ਉਹਦੇ ਵਿੱਚ ਹੁਣ ਇਹਨੇ ਜਿਹੜੇ ਜੱਜ ਸਾਹਿਬ ਸੁਣ ਰਹੇ ਸੀ, ਪਹਿਲਾਂ ਐਗਜ਼ੈਂਪਸ਼ਨ ਲਾਤੀ, ਟ੍ਰਾਇਲ ਡਿਲੇ ਕੀਤੀ। ਜਦੋਂ ਜੱਜ ਸਾਹਿਬ ਨੇ ਇਹਦੀ ਐਗਜ਼ੈਂਪਸ਼ਨ ਕੈਂਸਲ ਕਰਤੀ, ਐਗਜ਼ੈਂਪਸ਼ਨ ਇਹਨੇ ਸਿਕਿਉਰਿਟੀ ਗਰਾਊਂਡਸ ਤੇ ਲਈ ਹੈ ਜੀ। ਜਦੋਂ ਉਹਨਾਂ ਨੇ ਉਹ ਕੈਂਸਲ ਕੀਤੀ, ਇਹਨੇ ਉਹਨਾਂ ਦੇ ਖਿਲਾਫ ਐਲੀਗੇਸ਼ਨ ਲਾਤੇ, ਉਹਨਾਂ ਨੂੰ ਐਲੀਗੇਸ਼ਨ ਲਾ ਕੇ ਟ੍ਰਾਂਸਫਰ ਮੰਗ ਲਈ ਕੇਸ ਦੀ। ਫਿਰ ਜਦੋਂ ਉਹ ਟ੍ਰਾਂਸਫਰ ਐਪਲੀਕੇਸ਼ਨ ਕੰਟੈਸਟ ਕਰਨੀ ਪਈ ਜੀ, ਫਿਰ ਇਹਦੇ ਖਿਲਾਫ ਫੈਸਲਾ ਆਇਆ, ਫਿਰ ਇਹਨੂੰ ਮਾਫੀ ਮੰਗਣੀ ਪਈ ਉਸੇ ਕੋਰਟ ਤੋਂ, ਐਲੀਗੇਸ਼ਨ ਇਹਨੇ ਵਾਪਸ ਲਏ। ਠੀਕ ਹੈ। ਅੱਛਾ ਵਿਰਕ ਸਾਹਿਬ, ਇੱਕ ਰਾਹਤ ਮਿਲੀ ਹੋਈ ਸੀ ਸੁਮੇਧ ਸਿੰਘ ਸੈਣੀ ਨੂੰ ਕਿ ਉਹ ਚਾਹਣ ਤਾਂ ਪੇਸ਼ ਨਹੀਂ ਹੋ ਸਕਦੇ ਸੀਬੀਆਈ ਅਦਾਲਤ ਦੇ ਵਿੱਚ। ਕੁਝ ਇਸ ਦਾ ਵੀ ਸੀਬੀਆਈ ਨੇ ਕੁਝ ਵਾਪਸ ਕੋਈ ਪਟੀਸ਼ਨ ਪਾਈ ਹੈ ਕਿ ਪਰਸਨਲੀ ਅਪੀਅਰ ਹੋਣਾ। ਮੈਂ ਆ ਰਿਹਾ ਸੀ, ਮੈਂ ਉਹੀ ਦੱਸ ਰਿਹਾ ਜੀ। ਉਹਨੂੰ ਐਗਜ਼ੈਂਪਸ਼ਨ ਫਰਮ ਪਰਸਨਲ ਅਪੀਅਰੈਂਸ ਕਹਿੰਦੇ ਆ। ਉਹ ਇਹਨੂੰ ਮਿਲ ਰੱਖੀ ਸੀ ਟਿਲ ਫਰਦਰ ਆਰਡਰਸ ਜੀ। ਹੁਣ ਇਹਦੇ ਨਾਲ ਕੀ ਹੋ ਗਿਆ ਕਿ ਹੁਣ ਸੀਬੀਆਈ, ਕਿਉਂਕਿ ਉੱਥੇ ਸਿਕਿਉਰਿਟੀ ਗਰਾਊਂਡ ਤੇ ਐਗਜ਼ੈਂਪਸ਼ਨ ਸੀ, ਇੱਥੇ ਸਿਕਿਉਰਿਟੀ ਛੱਡ ਕੇ ਭੱਜਿਆ ਜੀ। ਉਹ ਚੀਜ਼ ਜਦੋਂ ਹਾਈਲਾਈਟ ਹੋਈ ਹੈ ਤੇ ਇਹਦੇ ਕੋਲ ਜਵਾਬ ਕੋਈ ਨਹੀਂ ਸੀ। ਹੁਣ ਉਸ ਚੀਜ਼ ਕਰਕੇ ਇਹਦੇ ਖਿਲਾਫ ਮਤਲਬ ਮੈਂ ਇਹਦੇ ਵਿੱਚ ਹੀ ਉਹ ਚੀਜ਼ ਹਾਈਲਾਈਟ ਕੀਤੀ ਕਾਫੀ। ਹੁਣ ਸੀਬੀਆਈ ਨੂੰ ਅਰਜ਼ੀ ਲਾਉਣੀ ਪਈ ਹੈ ਕਿ ਜੀ ਇਹਦੀ ਜਿਹੜੀ ਐਗਜ਼ੈਂਪਸ਼ਨ ਹੈ ਉਹ ਕੈਂਸਲ ਕੀਤੀ ਜਾਵੇ। ਬਿਲਕੁਲ, ਕਿਉਂਕਿ ਜਦੋਂ ਇੱਕ ਕੋਰਟ ਤੋਂ ਬੰਦਾ ਭੱਜਿਆ ਹੋਵੇ, ਇੱਕ ਕੋਰਟ ਦੇ ਵਿੱਚ ਜਾਂ ਇੱਕ ਕੋਰਟ ਦੀ ਡਾਇਰੈਕਸ਼ਨ ਨੂੰ ਨਾ ਮੰਨ ਰਿਹਾ ਹੋਵੇ ਔਰ ਭਗੌੜਾ ਹੋਇਆ ਹੋਵੇ, ਤੇ ਦੂਜੀ ਕੋਰਟ ਉਹਨੂੰ ਐਗਜ਼ੈਂਪਸ਼ਨ ਨਹੀਂ ਗ੍ਰਾਂਟ ਕਰ ਸਕਦੀ। ਇੱਕ ਸੈਟਲਡ ਲਾਅ ਹੈ। ਠੀਕ ਹੈ। ਜੇ ਸੁਮੇਧ ਸੈਣੀ ਅਦਰੋਂ ਭੱਜਿਆ ਤੇ ਦਿੱਲੀ ਪੇਸ਼ ਹੋ ਕੇ ਐਗਜ਼ੈਂਪਸ਼ਨ ਨਹੀਂ ਲੈ ਸਕਦਾ ਜੀ। ਵਿਰਕ ਸਾਹਿਬ, ਆਖਰੀ ਸਵਾਲ ਹੈ ਜੀ। ਤੁਸੀਂ ਆਪਾਂ ਗੱਲ ਕਰ ਰਹੇ ਹਾਂ ਕਿ ਇੱਕ ਰਸਤਾ ਸੁਪਰੀਮ ਕੋਰਟ ਦਾ ਹਾਲੇ ਬਾਕੀ ਹੈ, ਤੇ ਤੁਹਾਨੂੰ ਲੱਗਦਾ ਕਿ ਇਹਨਾਂ ਦਿਨਾਂ ਦੇ ਵਿੱਚ ਪਹੁੰਚ ਸੁਮੇਧ ਸਿੰਘ ਸੈਣੀ ਕਰ ਸਕਦਾ ਸੁਪਰੀਮ ਕੋਰਟ ਦੇ ਵਿੱਚ? ਨਹੀਂ, ਸੁਪਰੀਮ ਕੋਰਟ ਤਾਂ ਵੇਖੋ ਜਾਊਗਾ। ਹੁਣ ਗੱਲ ਇਹ ਆਉਂਦੀ ਹੈ ਕਿ ਉਸ ਤੋਂ ਪਹਿਲਾਂ ਅਰੈਸਟ ਹੋ ਜਾਂਦਾ ਹੈ ਕਿ ਉਸ ਤੋਂ ਬਾਅਦ ਹੁੰਦਾ। ਗੱਲ ਇਹ ਡਿਪੈਂਡ ਕਰਦੀ ਹੈ ਨਾ ਜੀ। ਸਪੋਜ਼ ਕਰੋ ਉਹ ਫਾਈਲ ਕਰ ਦਿੰਦਾ ਪਟੀਸ਼ਨ। ਹੁਣ ਜੇ ਆਪਾਂ ਫਾਈਲਿੰਗ ਵੀ ਦੇਖ ਲਈਏ, ਮੰਨ ਲਓ ਕੱਲ ਵੀ ਫਾਈਲ ਕਰਦਾ, ਮੰਡੇ ਤੋਂ ਪਹਿਲਾਂ ਨਹੀਂ ਲੱਗਦੀ ਜੀ। ਜੇ 4 ਦਿਨਾਂ ਦੇ ਵਿੱਚ ਅਰੈਸਟ ਹੋ ਜਾਂਦਾ ਹੈ, ਗੱਲ ਹੀ ਖਤਮ। ਤਾਂ ਇਹ ਚੀਜ਼ ਅਜੇ ਮਤਲਬ ਕਲੈਰਿਟੀ ਨਹੀਂ ਹੈ ਕਿ ਆਊਟਕਮ ਕੀ ਹੁੰਦੀ ਹੈ, ਕਦੋਂ ਉਹਨੂੰ ਅਰੈਸਟ ਕਰ ਲੈਂਦੇ ਆ ਜੀ। ਇਹਦਾ ਛਾਪੇਮਾਰੀ ਦੇ ਵਿੱਚ ਕਿਤੇ ਉਹ ਫੜਿਆ ਗਿਆ ਤੇ ਕਿੱਸਾ ਖਤਮ ਹੈ ਤਾਂ ਜੀ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰਦੀਪ ਵਿਰਕ ਸਾਹਿਬ, ਸਾਡੇ ਨਾਲ ਜੁੜਨ ਦੇ ਲਈ। ਸਾਨੂੰ ਜਿਹੜੀ ਜਾਣਕਾਰੀ ਹੈ ਤੁਸੀਂ ਉਹ ਮੁਹੱਈਆ ਕਰਵਾਈ ਹੈ, ਸਾਂਝੀ ਕੀਤੀ ਹੈ, ਸੋ ਬਹੁਤ ਬਹੁਤ ਸ਼ੁਕਰੀਆ ਅਸੀਂ ਤੁਹਾਡਾ ਕਰਦੇ ਹਾਂ ਐਡਵੋਕੇਟ ਪ੍ਰਦੀਪ ਵਿਰਕ ਸਾਹਿਬ। ਤੇ ਉਹੀ ਗੱਲਾਂ ਹੋ ਰਹੀਆਂ ਨੇ ਕਿ ਹੁਣ ਚੂਹੇ ਬਿੱਲੀ ਵਾਲਾ ਖੇਡਿਆ ਜਾ ਰਿਹਾ, ਤੇ ਜਿਹੜਾ ਕਿ ਬੰਦਾ ਪਹਿਲਾਂ ਬਿੱਲੀ ਸੀ ਤੇ ਹੁਣ ਉਹ ਚੂਹੇ ਵਾਂਗੂ ਲੁਕਦਾ ਫਿਰਦਾ, ਤੇ ਉਹੀ ਪੁਲਿਸ ਹੈ ਤੇ ਉਹੀ ਵਰਦੀ ਵੀ ਉਹੀ ਆ, ਤੇ ਲੇਕਿਨ ਜਿਹੜੇ ਹਾਲਾਤ ਨੇ ਉਹ ਹੁਣ ਵੱਖਰੇ ਨੇ ਜੀ। ਤੇ ਜਿਹੜੀ ਪੁਲਿਸ ਦੇ ਉੱਤੇ ਆਪਣਾ ਰੋਹਬ ਚੱਲਦਾ ਸੀ, ਜਿਹੜਾ ਹੁਕਮ ਚੱਲਦਾ ਸੀ, ਉਸੇ ਹੀ ਪੁਲਿਸ ਤੋਂ ਹੁਣ ਭੱਜਣਾ ਪੈ ਰਿਹਾ। ਜਿਵੇਂ ਕਿ ਵਿਰਕ ਸਾਹਿਬ ਨੇ ਦੱਸਿਆ ਕਿ ਜਿਹੜਾ ਦਿੱਲੀ ਦੇ ਵਿੱਚ ਸੀਬੀਆਈ ਦਾ ਜਿਹੜਾ ਕੇਸ ਚੱਲ ਰਿਹਾ ਅਗਵਾਹ, ਉਹ ਵੀ ਅਗਵਾਹ ਦਾ ਹੀ ਮਾਮਲਾ ਸੀ। ਉਹਦੇ ਵਿੱਚ ਵੀ ਹੁਣ ਸੀਬੀਆਈ ਨੇ ਦੁਬਾਰਾ ਆਪਣੀ ਪਟੀਸ਼ਨ ਅਦਾਲਤ ਦੇ ਵਿੱਚ ਪਾਤੀ ਹੈ ਜੀ, ਕਿਉਂਕਿ ਸੁਮੇਧ ਸਿੰਘ ਸੈਣੀ ਨੇ ਕਿਹਾ ਸੀ ਕਿ ਸੁਰੱਖਿਆ ਦੇ ਕਾਰਨਾਂ ਕਰਕੇ ਜੀ ਮੈਨੂੰ ਦਿੱਲੀ ਆਉਣਾ ਜਾਣਾ ਬੜਾ ਔਖਾ, ਮੇਰੀ ਸੁਰੱਖਿਆ ਖਤਰੇ 'ਚ ਹੋ ਸਕਦੀ ਹੈ। ਤੇ ਹੁਣ ਜਦੋਂ ਸੀਬੀਆਈ ਦੇਖਦੀ ਆ ਕਿ ਇੱਕ ਪਾਸੇ ਤਾਂ ਬੰਦਾ ਗ੍ਰਿਫਤਾਰੀ ਤੋਂ ਬਚਣ ਦੇ ਲਈ ਆਪਣੀ ਜਿਹੜੀ ਸਰਕਾਰੀ ਸੁਰੱਖਿਆ ਸੀ ਉਹਨੂੰ ਛੱਡ ਕੇ ਭੱਜ ਗਿਆ, ਫਰਾਰ ਹੋ ਗਿਆ, ਤੇ ਸਾਨੂੰ ਕਹੀ ਜਾਂਦਾ ਕਿ ਮੇਰੀ ਸੁਰੱਖਿਆ ਨੂੰ ਖਤਰਾ। ਸੋ ਹੁਣ ਪੁਲਿਸ ਦਾ ਕੀ ਰੋਲ ਨਿਭਾ ਰਹੀ ਹੈ, ਪੁਲਿਸ ਕਿੱਥੇ ਕਿੱਥੇ ਛਾਪੇਮਾਰੀ ਕਰ ਰਹੀ ਆ, ਇਹਦੇ ਬਾਰੇ ਵੀ ਅਸੀਂ ਥੋੜ੍ਹਾ ਜਿਹਾ ਗੱਲਬਾਤ ਕਰ ਲੈਂਦੇ ਹਾਂ। ਸਾਡੇ ਸੀਨੀਅਰ ਸਹਿਯੋਗੀ ਚੰਡੀਗੜ੍ਹ ਤੋਂ ਬਿੰਦੂ ਸਿੰਘ ਜੀ ਜੁੜੇ ਨੇ ਨਾਲ। ਬਿੰਦੂ ਸਿੰਘ ਜੀ, ਸਵਾਗਤ ਹੈ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ। ਬਹੁਤ ਬਹੁਤ ਧੰਨਵਾਦ ਰਾਓ ਜੀ।
ਅਸੀਂ ਬਿੰਦੂ ਸਿੰਘ ਜੀ ਪ੍ਰਦੀਪ ਵਿਰਕ ਹੋਰਾਂ ਦੇ ਨਾਲ ਗੱਲਬਾਤ ਕਰਕੇ ਹਟੇ ਹਾਂ ਤੇ ਉਹਨਾਂ ਨੇ ਕਾਫੀ ਸਾਰੀ ਜਿਹੜੀ ਜਾਣਕਾਰੀ ਹੈ ਉਹ ਸਾਨੂੰ ਦਿੱਤੀ ਹੈ। CBI ਦਾ ਜੋ ਕੇਸ ਆ ਉਸ ਦੇ ਬਾਰੇ ਵੀ ਹੈ, ਲੇਕਿਨ ਗੱਲ ਉੱਥੇ ਹੀ ਆ ਰਹੀ ਆ ਕਿ ਇਹ ਥੋੜਾ ਤੁਹਾਨੂੰ ਵਿਸਤਾਰ ਦੇ ਵਿੱਚ ਦੱਸੋ ਕਿ ਜਿਹੜੀ ਪੁਲਿਸ ਪਾਰਟੀਆਂ ਨੇ ਉਹ ਹੁਣ ਤੱਕ ਕਿੱਥੇ ਕਿੱਥੇ ਛਾਪੇਮਾਰੀ ਕਰ ਚੁੱਕੀਆਂ ਨੇ ਤੇ ਕੀ ਲੱਗਦਾ ਹੈ ਕਿ ਨੇੜੇ ਪਹੁੰਚ ਜਾਣਗੀਆਂ ਇਹ ਟੀਮਾਂ ਸੈਣੀ ਦੇ? ਦੇਖੋ ਆਪਣੇ ਰਾਓ ਜਿਹੜੀ ਗੱਲ ਪੁਲਿਸ ਪਾਰਟੀ ਦੀ ਗੱਲ ਹੈ ਜਾਂ SIT ਦੀ ਗੱਲ ਹੈਗੀ ਹੈ, ਸਾਨੂੰ ਜੋ ਵਕੀਲ ਸਾਹਿਬ ਨੇ ਦੱਸਿਆ, ਜੋ ਸਰਕਾਰੀ ਵਕੀਲ ਨੇ ਸਰਤੇਜ ਸਿੰਘ ਨਰੂਲਾ, ਉਹਨਾਂ ਤੋਂ ਤੇ ਜਿਹੜੀ ਸਾਨੂੰ ਸੂਚਨਾ ਤੋਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਉਹਦੇ ਵਿੱਚ ਇਹੀ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ 7 ਟੀਮਾਂ ਜਿਹੜੀਆਂ ਉਹ ਵੱਖ-ਵੱਖ ਏਰੀਆਜ਼ ਦੇ ਵਿੱਚ, ਸਿਟੀਜ਼ ਦੇ ਵਿੱਚ ਛਾਪੇਮਾਰੀ ਲਗਾਤਾਰ ਕਰ ਰਹੀਆਂ ਇਸ ਚੀਜ਼ ਨੂੰ ਲੈ ਕੇ। ਤੇ ਉਹਦੇ ਵਿੱਚ ਹਿਮਾਚਲ ਪ੍ਰਦੇਸ਼, ਦਿੱਲੀ ਤੇ ਆਪਣੇ ਹੁਸ਼ਿਆਰਪੁਰ, ਮੋਹਾਲੀ, ਏਦਾਂ ਦੀ ਕਈ ਥਾਵਾਂ ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਜੀ। ਪਰ ਉਸ ਦੇ ਨਾਲ ਹੀ ਦੇਖਣਾ ਹਜੇ ਇਹ ਹੋਏਗਾ ਜਿਵੇਂ ਲਗਾਤਾਰ ਇਹ ਖਬਰਾਂ ਤੇ ਇਹ ਗੱਲਾਂ ਬਾਹਰ ਆ ਰਹੀਆਂ ਨੇ ਕਿ ਜਿਹੜੀ ਸੈਣੀ ਨੇ ਉਹ ਲਗਾਤਾਰ ਇਸ ਟਾਈਮ ਭਗੌੜੇ ਚੱਲ ਰਹੇ ਨੇ ਤੇ ਪੁਲਿਸ ਤੋਂ ਉਹਨਾਂ ਨੂੰ ਜਿਹੜਾ ਹੈਗਾ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਤੱਕ ਪਹੁੰਚ ਨਹੀਂ ਕਰ ਪਾ ਰਹੀ ਹੈ ਜੀ। ਤੇ ਆਪਣੇ ਆਪ ਦੇ ਵਿੱਚ ਹਜੇ ਪੂਰੇ ਤਰੀਕੇ ਨਾਲ ਇੱਕ ਪਜ਼ਲ ਤੇ ਕਨਫਿਊਜ਼ਨ ਹੀ ਬਣੀ ਹੋਈ ਹੈ। ਐਸੇ ਕੱਲ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀਗੀ, ਜਿਹੜੇ ਕੈਬਨਿਟ ਮੰਤਰੀ ਨੇ ਰਜਿੰਦਰ ਬਾਜਵਾ ਜੀ, ਉਹਨਾਂ ਨੇ ਵੀ ਹੈਰਾਨੀ ਆਪਣੀ ਪ੍ਰਗਟ ਕੀਤੀ ਸੀ ਬਈ ਕੀ ਵਜ੍ਹਾ ਹੈਗੀ ਹੈ ਕਿ ਹਜੇ ਤੱਕ ਜਿਹੜੇ ਨੇ ਸੈਣੀ ਫੜੇ ਨਹੀਂ ਗਏ ਜਾਂ ਪੁਲਿਸ ਉਹਨਾਂ ਤੱਕ ਪਹੁੰਚ ਨਹੀਂ ਕਰ ਪਾ ਰਹੀ। ਇਸ ਗੱਲ ਨੂੰ ਉਹਨਾਂ ਨੇ ਵੀ ਬੜੇ ਕਿਹਾ ਸੀ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਤੇ ਇਹਦੇ ਬਹੁਤ ਹੀ ਪਜ਼ਲਿੰਗ ਜੀ। ਅੱਛਾ ਬਿੰਦੂ ਜੀ, ਭਗਵੰਤ ਮਾਨ ਦਾ ਵੀ ਅੱਜ ਬਿਆਨ ਆਇਆ, ਕਾਫੀ ਤੰਜ ਕਸੇ ਹੈਗੇ ਆ ਉਹਨੇ ਬਾਦਲ ਪਰਿਵਾਰ ਤੇ ਇੱਕ ਵਾਰ ਫਿਰ ਤੋਂ ਨਿਸ਼ਾਨਾ ਇੱਕ ਤਰ੍ਹਾਂ ਦਾ ਲਾਤਾ। ਕਹਿੰਦੇ ਜੀ ਬਾਦਲ ਪਰਿਵਾਰ ਨੂੰ ਪਤਾ ਹੋ ਸਕਦਾ ਕਿਉਂਕਿ ਸੈਣੀ ਦੀ ਨਜ਼ਦੀਕੀ ਬਾਦਲ ਪਰਿਵਾਰ ਨਾਲ ਬਹੁਤ ਆ। ਮਤਲਬ ਭਗਵੰਤ ਮਾਨ ਉਹੀ ਆਪਣੇ ਵਿਅੰਗ ਵਾਲੇ ਅੰਦਾਜ਼ ਦੇ ਵਿੱਚ ਉਹ ਗੱਲ ਵੀ ਡੂੰਘੀ ਬਾਤ ਕਰ ਜਾਂਦੇ ਆ ਕਈ ਵਾਰ। ਤੇ ਇਸ ਬਿਆਨ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਭਗਵੰਤ ਮਾਨ ਦੇ ਕੀ ਕਿਸ ਤਰੀਕੇ ਨਾਲ? ਅਸਲ ਦੇ ਵਿੱਚ ਦੇਖੋ ਬਹੁਤ ਹੀ ਆਮ ਜੀ ਤੇ ਸਿੱਧੀ ਜੀ ਗੱਲ ਹੈ ਰਾਓ, ਇਹਦੇ ਵਿੱਚ ਜਿਹੜੀ ਪੋਲੀਟੀਕਲ ਜਿਹੜੀ ਬਿਆਨਬਾਜ਼ੀਆਂ ਹੈ ਉਹ ਕੋਈ ਵੀ ਕਿਸੇ ਵੀ ਤਰੀਕੇ ਦਾ ਜਦੋਂ ਮੁੱਦਾ ਸਾਹਮਣੇ ਆਉਂਦਾ ਤੁਸੀਂ ਦੇਖਦੇ ਹੋ ਕਿ ਪੋਲੀਟੀਕਲ ਬਿਆਨਬਾਜ਼ੀਆਂ ਹਮੇਸ਼ਾ ਸਾਹਮਣੇ ਆਉਂਦੀਆਂ ਤੇ ਇਸ ਤਰ੍ਹਾਂ ਦੇ ਮੁੱਦਿਆਂ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਜਿਹੜੇ ਨੇ ਉਹ ਬਹੁਤ ਆਪਣੇ ਤਰੀਕੇ ਨਾਲ ਬਿਆਨਬਾਜ਼ੀ ਹਮੇਸ਼ਾ ਕਰਦੇ ਨੇ। ਇਸ ਦੇ ਨਾਲ ਅੱਜ ਪਤਾ ਲੱਗਿਆ ਕਿ ਕੁਝ ਸਿੱਖ ਜਥੇਬੰਦੀਆਂ ਉਹਨਾਂ ਨੇ ਵੀ ਜਿਹੜੀ ਹੈ ਇਸ ਨੂੰ ਲੈ ਕੇ ਆਪਣੀ ਬਿਆਨਬਾਜ਼ੀ ਕੀਤੀ ਤੇ ਇਸ ਤਰੀਕੇ ਦੇ ਨਾਲ ਅਲੱਗ-ਅਲੱਗ ਤਰੀਕੇ ਦੇ ਨਾਲ ਬਿਆਨ ਦੇ ਰਹੇ ਨੇ ਪਾਰਟੀਆਂ। ਪਰ ਜਿਹੜੀ ਅਸਲੀ ਕੰਮ ਜਿਹੜਾ ਹੈਗਾ ਜੇ ਆਪਾਂ ਗੱਲ ਕਰੀਏ ਤੇ ਉਹਦੇ 'ਚ ਜਿਹੜੇ ਕੋਰਟ ਦਾ ਕੰਮ ਹੈਗਾ, ਕੋਰਟ ਆਪਣਾ ਤਰੀਕੇ ਨਾਲ ਕੰਮ ਕਰ ਰਿਹਾ। ਜਿਹੜੀ ਵਿਸ਼ੇਸ਼ ਜਾਂਚ ਟੀਮ ਬਣੀ ਹੋਈ ਹੈ SIT, ਉਹਦਾ ਮੁੱਖ ਕੰਮ ਹੈਗਾ ਇਹਦੇ ਵਿੱਚ ਉਹਨਾਂ ਦੇ ਮੋਢਿਆਂ ਤੇ ਜਿਹੜੀ ਭਾਰ ਹੈ ਉਹ ਜ਼ਿਆਦਾ ਆ ਗਿਆ, ਖਾਸ ਕਰਕੇ ਜਦੋਂ ਕੱਲ ਅਗਾਊਂ ਜ਼ਮਾਨਤ ਜਿਹੜੀ ਉਹ ਖਾਰਜ ਹੋਈ ਹੈ ਜੀ। ਤੇ ਉਸਦੇ ਨਾਲ ਹੀ ਜਿਹੜੀ ਸਰਕਾਰ ਹੈਗੀ ਹੈ, ਕਿਉਂਕਿ ਇਹਦੇ ਵਿੱਚ ਸਟੇਟ ਜਿਹੜਾ ਫਿਰ ਉਹੀ ਗੱਲ ਆ ਜਾਂਦੀ ਹੈ ਸਟੇਟ ਤੇ ਉਹਦੇ ਬਾਅਦ ਇਨਵੈਸਟੀਗੇਟਿਵ ਏਜੰਸੀ, ਉਹਨਾਂ ਦੀ ਹੀ ਜਿਹੜੀ ਜਵਾਬਦੇਹੀ ਜਾਂ ਜ਼ਿੰਮੇਵਾਰੀ ਜਿਹੜੀ ਉਹ ਥੋੜੀ ਜਿਹੀ ਵਧੀ ਹੋਈ ਹੈ ਇਸ ਟਾਈਮ ਤੇ ਜੀ। ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਬਿੰਦੂ ਸਿੰਘ ਜੀ ਤਮਾਮ ਜਾਣਕਾਰੀ ਦੇਣ ਦੇ ਲਈ। ਸੋ ਦਰਸ਼ਕੋ, ਇਸ ਸਮੇਂ ਮੈਂ ਕੁਝ ਦੇਖ ਰਿਹਾ ਕਿ ਦਲ ਖਾਲਸਾ ਨੇ ਜਿਹੜਾ ਇੱਕ ਪੋਸਟਰ ਛਪਾ ਕੇ ਲਾਏ ਨੇ ਜੀ, ਤੇ ਸੁਮੇਧ ਸਿੰਘ ਸੈਣੀ ਦੇ ਬਾਰੇ ਹੀ ਆ। ਪੋਸਟਰ ਦੇ ਉੱਤੇ ਫੋਟੋ ਲੱਗੀ ਹੋਈ ਆ ਤੇ ਉੱਪਰ ਭਗੌੜਾ ਲਿਖਿਆ ਹੋਇਆ, ਭਗੌੜਾ ਸੁਮੇਧ ਸਿੰਘ ਸੈਣੀ ਕਿਲਰ ਐਕਸ ਕਾਪ ਵਾਂਟਡ, ਗ੍ਰਿਫਤਾਰ ਕਰਨ ਤੇ ਕਰਾਉਣ ਵਾਲੇ ਨੂੰ ਬਹਾਦਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਵੱਲੋਂ ਦਲ ਖਾਲਸਾ। ਜਿਹੜੀ ਦਲ ਖਾਲਸਾ ਨੇ ਤਾਂ ਹੁਣ ਆਪਣੇ ਦੇ ਵੱਲੋਂ ਜਿਹੜੀ ਇਹ ਪੂਰੀ ਤਿਆਰੀ ਕਰ ਲਈ ਆ ਤੇ ਪੂਰੇ ਇੱਕ ਮੋਸਟ ਵਾਂਟਡ ਦੇ ਜਿਹੜੇ ਪੋਸਟਰ ਨੇ ਉਹ ਸੁਮੇਧ ਸਿੰਘ ਸੈਣੀ ਦੀ ਤਸਵੀਰ ਲਗਾ ਕੇ ਉਹ ਪੰਜਾਬ ਦੇ ਵਿੱਚ ਲਾਏ ਜਾ ਰਹੇ ਨੇ। ਤੇ ਖਾਸ ਕਰਕੇ ਇਹ ਹੈ ਕਿ ਇਨਾਮ ਜਿਹੜਾ ਕੋਈ ਇਸ ਬਾਰੇ ਜਾਣਕਾਰੀ ਦੇਊਗਾ, ਗ੍ਰਿਫਤਾਰੀ ਕਰਾਊਗਾ, ਉਹਨੂੰ ਬਹਾਦਰੀ ਪੁਰਸਕਾਰ ਦਲ ਖਾਲਸਾ ਦੇਣ ਦੀ ਗੱਲਬਾਤ ਕਰ ਰਿਹਾ। ਯਾਨੀ ਕਿ ਇਸ ਮੁੱਦੇ ਦੇ ਉੱਤੇ ਚਾਰੋਂ ਪਾਸੇ ਜਿਹੜੀਆਂ ਗੱਲਾਂ ਨੇ ਉਹ ਇਸ ਮੌਕੇ ਪੰਜਾਬ ਦੇ ਵਿੱਚ ਚਾਹੀਆਂ ਹੋਈਆਂ। ਚਾਹੇ ਪੰਜਾਬ ਦੀ ਸਿਆਸਤ ਨੂੰ ਹੀ ਲੈ ਲਈਏ, ਸਿਆਸਤ ਦੇ ਵਿੱਚ ਵੀ ਬਹੁਤ ਵੱਡਾ ਇਹ ਇੱਕ ਮੁੱਦਾ ਬਣਦਾ ਜਾ ਰਿਹਾ ਕਿਉਂਕਿ ਗ੍ਰਿਫਤਾਰੀ ਹਜੇ ਤੱਕ ਨਹੀਂ ਹੋ ਰਹੀ ਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਸਰਕਾਰ ਨੂੰ ਵੀ ਸਵਾਲ ਕਰਦੀਆਂ ਨੇ ਕਿਉਂਕਿ ਸਰਕਾਰ ਨੇ ਹੀ ਅੱਗੇ ਪੁਲਿਸ ਨੂੰ ਆਦੇਸ਼ ਦੇਣੇ ਹੁੰਦੇ ਨੇ। ਤੇ ਇਸ ਤੋਂ ਇਲਾਵਾ ਕੁਝ ਜਿਹੜੇ ਆਪਾਂ ਵਾਪਸ ਜੇਕਰ ਕਰੋਨਾ ਵਾਇਰਸ ਦੀ ਗੱਲਬਾਤ ਕਰ ਲਈਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੁਣ
ਆਪਣੇ ਜਿਹੜੇ ਮੰਤਰੀ ਨੇ ਸਾਰੇ ਉਹਨਾਂ ਨੂੰ ਆਦੇਸ਼ ਦੇ ਦਿੱਤੇ ਨੇ ਕਿ ਜਾਓ ਅਗਲੇ 2-3 ਦਿਨਾਂ ਦੇ ਵਿੱਚ ਆਪਣੇ ਆਪਣੇ ਇਲਾਕੇ ਦੇ ਵਿੱਚ ਜਿੰਨੇ ਵੀ ਸਰਕਾਰੀ ਹਸਪਤਾਲ ਨੇ ਉੱਥੇ ਸਾਰੇ ਜਾ ਕੇ ਚੈੱਕ ਕਰਕੇ ਆਓ। ਰੋਜ਼ ਇੱਕ ਹਸਪਤਾਲ ਦੇ ਵਿੱਚ ਗੇੜਾ ਮਾਰੋ ਤੁਸੀਂ ਕਿ ਕਿਸ ਤਰੀਕੇ ਦੇ ਪ੍ਰਬੰਧ ਨੇ, ਕਿਸ ਤਰੀਕੇ ਦੀਆਂ ਸੇਵਾਵਾਂ ਮਿਲ ਸਕਦੀਆਂ ਨੇ। ਪਰ ਸਵਾਲ ਇਹ ਹੈ ਕਿ ਕੀ ਵਿਧਾਇਕਾਂ ਜਾਂ ਫਿਰ ਮੰਤਰੀਆਂ ਦੇ ਇੱਕ ਗੇੜੇ ਦੇ ਨਾਲ ਕੀ ਹਸਪਤਾਲਾਂ ਦੇ ਵਿੱਚ ਇਹ ਸੇਵਾਵਾਂ ਠੀਕ ਹੋ ਜਾਣਗੀਆਂ? ਇਹ ਪੋਸੀਬਲ ਨਹੀਂ ਹੈਗਾ। ਠੀਕ ਹੈ, ਵਿਧਾਇਕ ਚਲੇ ਜਾਣਗੇ, ਮੰਤਰੀ ਸਾਹਿਬਾਨ ਚਲੇ ਜਾਣਗੇ, ਥੋੜ੍ਹਾ ਬਹੁਤਾ ਫਟਕਾਰ ਲਾਉਣਗੇ ਕਿ ਇੱਥੇ ਗੰਦਗੀ ਮੌਜੂਦ ਹੈ, ਇੱਥੇ ਆਹ ਸੇਵਾਵਾਂ ਨਹੀਂ ਹੈ। ਪਰ ਜ਼ਿਆਦਾਤਰ ਜਿਹੜਾ ਅਸੀਂ ਦੇਖਾਂਗੇ, ਕਿਉਂਕਿ ਸਰਕਾਰ ਨੇ ਆਪਣਾ ਬਚਾਅ ਤਾਂ ਕਰਨਾ ਹੀ ਹੈ ਅਤੇ ਬਚਾਅ ਜਿਹੜੇ ਹਸਪਤਾਲਾਂ ਦੇ ਵਿੱਚ ਜਾਣਗੇ ਉਹ ਸਰਕਾਰ ਦੇ ਆਪਣੀ ਵਿਧਾਇਕ ਅਤੇ ਆਪਣੀ ਮੰਤਰੀ ਹੋਣਗੇ ਅਤੇ ਕੁਛ ਬਹੁਤਾ ਥੋੜ੍ਹਾ ਬਹੁਤਾ ਨੁਕਸ ਜਿਹਾ ਕੱਢ ਕੇ ਬਾਕੀਆਂ ਨੇ ਕਹਿ ਦੇਣਾ ਜੀ ਠੀਕ ਹੈ ਜੀ, ਬਹੁਤ ਅੱਛੇ ਜਿਹੜੇ ਪ੍ਰਬੰਧ ਨੇ ਮੈਂ ਦੇਖ ਕੇ ਆਇਆ, ਸਾਰਾ ਕੁਝ ਠੀਕ ਹੈ, ਮਰੀਜ਼ਾਂ ਨੂੰ ਖਾਣਾ ਠੀਕ ਮਿਲ ਰਿਹਾ, ਕੋਈ ਕਿਸੇ ਤਰ੍ਹਾਂ ਦੀ ਮੁਸੀਬਤ ਨਹੀਂ ਆਉਂਦੀ। ਅਤੇ ਦੂਸਰੇ ਸਾਡੇ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਡੇ ਦਰਸ਼ਕ ਸਾਰੇ ਸਾਡੇ ਪ੍ਰੋਗਰਾਮਾਂ ਨੂੰ ਦੇਖਦੇ ਨੇ, ਇਸ ਐਤਵਾਰ ਸਾਡਾ ਜਿਹੜਾ ਕਿਛ ਸੁਣੀਆਂ ਕਿਛ ਕਹੀਆਂ ਦਾ ਪ੍ਰੋਗਰਾਮ ਸੀ, ਉਹਦੇ ਵਿੱਚ ਤੁਸੀਂ ਦੱਸਿਆ ਕਿ ਸਾਡੇ CEO ਰਵਿੰਦਰ ਸਿੰਘ ਆਹਲੂਵਾਲੀਆ ਨੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਸੀਗਾ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ। ਅਤੇ ਉਹਨਾਂ ਨੇ ਕਿਹਾ ਸੀ ਕਿ 28 ਮੇਰੇ ਖਿਆਲ 'ਚ 28-29 ਦਾ ਕੁਛ ਇਸ ਤਰ੍ਹਾਂ ਦਾ ਤਰੀਕ ਉਹਨਾਂ ਨੇ ਦੱਸਿਆ ਸੀ ਕਿ ਅਗਸਤ ਨੂੰ ਰਾਤ ਦੇ ਵਿੱਚ ਹਸਪਤਾਲ ਜਿਹੜਾ ਰਜਿੰਦਰਾ ਉੱਥੇ ਆਕਸੀਜਨ ਦੀ ਸਪਲਾਈ ਹੀ ਬੰਦ ਹੋ ਗਈ ਜੀ। ਅਤੇ ਫਿਰ ਸਪਲਾਈ ਇੰਨੀ ਬੰਦ ਹੋਣ ਤੋਂ ਬਾਅਦ ਦੂਸਰੇ ਦਿਨ ਦਾ ਜਿਹੜਾ ਮਰੀਜ਼ਾਂ ਦੀਆਂ ਮੌਤਾਂ ਦਾ ਅੰਕੜਾ ਆਉਂਦਾ ਉਹ ਚੁਕਾ ਜਾਂਦਾ, ਕਿਉਂਕਿ ਉਸ ਦਿਨ ਤੋਂ ਬਾਅਦ ਜਿਹੜਾ ਮਰੀਜ਼ਾਂ ਦਾ ਅੰਕੜਾ ਸੀ ਉਹ ਸੀ 25, ਯਾਨੀ ਕਿ ਇਕੱਲੇ ਰਜਿੰਦਰਾ ਹਸਪਤਾਲ ਦੇ ਵਿੱਚ 25 ਕਰੋਨਾ ਵਾਇਰਸ ਦੇ ਜਿਹੜੇ ਮਰੀਜ਼ਾਂ ਨੇ ਦਮ ਤੋੜਿਆ ਸੀ। ਯਾਨੀ ਕਿ ਇਸ ਨੂੰ ਵੀ ਹੁਣ ਇੰਨੇ ਵੱਡੇ ਅਪਰਾਧ ਨੂੰ ਵੀ ਕਿਸੇ ਨਾ ਕਿਤੇ ਜਿਹੜਾ ਪ੍ਰਸ਼ਾਸਨ ਹਸਪਤਾਲ ਦਾ ਉਹ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ। ਅਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਕੋਈ ਇਨਕੁਆਰੀ ਐਡੀ ਵੱਡੀ ਗੱਲ ਤੇ ਨਹੀਂ ਹੁੰਦੀ ਅਤੇ ਇੱਕ ਸਿੰਪਲ ਜੀ ਗੱਲ ਆ ਕੇ ਜਿਹੜੀ ਆ ਗੱਲ ਨੂੰ ਟਾਲ ਦਿੱਤਾ ਜਾਂਦਾ ਕਿ ਜਿਹੜੇ ਵਾਲ ਸੀ ਜੋ ਸਪਲਾਈ ਆਕਸੀਜਨ ਸਪਲਾਈ ਦੇ ਵਿੱਚ ਜਿਹੜਾ ਵਾਲ ਸੀ ਉਹ ਖਰਾਬ ਹੋ ਗਿਆ ਸੀ ਜੀ, ਉਹਦੇ ਕਰਕੇ ਜਿਹੜੀ ਆਕਸੀਜਨ ਥੋੜ੍ਹੀ ਜਿਹੀ ਰੁਕ ਗਈ ਸੀ। ਪਰ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਗਵਾਹ ਨੇ ਕਿ ਥੋੜ੍ਹੇ ਟਾਈਮ ਦੇ ਲਈ ਆਕਸੀਜਨ ਨਹੀਂ ਰੁਕੀ ਸੀ, ਕਈ ਘੰਟੇ ਆਕਸੀਜਨ ਰੁਕੀ ਰਹੀ ਸੀ, ਜਿਸ ਕਰਕੇ ਹੋ ਸਕਦਾ ਕਿ ਅਨੇਕਾਂ ਜਿਹੜੇ ਮਰੀਜ਼ਾਂ ਨੂੰ ਇਸ ਕਰਕੇ ਵੀ ਜਾਨਾਂ ਗਵਾਈਆਂ ਗਈਆਂ ਹੋਣ। ਅਤੇ ਹੁਣ ਜਿਹੜੀ ਗੱਲਬਾਤ ਅਸੀਂ ਕਰ ਰਹੇ ਹਾਂ ਜੀ ਕਿ ਹੁਣ ਨਵੀਆਂ ਗਾਈਡਲਾਈਨ ਜਿਹੜੀਆਂ ਕਰੀਆਂ ਨੇ ਜਾਂਦੇ ਜਾਂਦੇ ਉਹ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦੇ ਹਾਂ, ਕਿਉਂਕਿ ਸਮਾਂ ਸਾਡੇ ਕੋਲ ਇਸ ਮੌਕੇ ਥੋੜ੍ਹਾ ਹੀ ਆ। ਹੋਟਲ ਅਤੇ ਜਿਹੜੇ ਰੈਸਟੋਰੈਂਟ ਨੇ ਉਹ ਹੁਣ 7 ਦਿਨ ਖੁੱਲ੍ਹੇ ਰਹਿਣਗੇ ਅਤੇ ਨਾਲ ਦੀ ਨਾਲ ਸ਼ਰਾਬ ਦੇ ਠੇਕੇ ਉਹ ਵੀ 7 ਦਿਨ ਖੁੱਲ੍ਹੇ ਰਹਿਣਗੇ। ਦੇਖਿਆ ਜਾਏ ਤਾਂ ਸ਼ਰਾਬ ਦੇ ਠੇਕੇ ਤਾਂ ਪਹਿਲਾਂ ਵੀ ਖੁੱਲ੍ਹੇ ਹੀ ਸੀ ਕਿ 6:30-7 ਵਜੇ ਕਰਫਿਊ ਲੱਗਣ ਦਾ ਜਿਹੜਾ ਟਾਈਮ ਸੀ, ਉਸ ਤੋਂ ਬਾਅਦ ਅਸੀਂ ਅਕਸਰ ਦੇਖਿਆ ਕਿ 9-9 10-10 ਵਜੇ ਤੱਕ ਪਟਿਆਲੇ ਵਰਗੇ ਆਪਣੇ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਜਿਹੜੇ ਸ਼ਰਾਬ ਦੇ ਠੇਕੇ ਸੀ ਉਹ 10-10 ਵਜੇ ਤੱਕ ਵੀ ਖੁੱਲ੍ਹੇ ਅਸੀਂ ਦੇਖੇ ਨੇ ਜੀ ਆਪਣੀਆਂ ਅੱਖਾਂ ਦੇ ਨਾਲ। ਅਤੇ ਫਿਰ ਸਰਕਾਰ ਨੇ ਸੋਚਿਆ ਕਿ ਹੁਣ ਇਹ ਚੀਜ਼ਾਂ ਬੰਦ ਅਸੀਂ ਜ਼ਿਆਦਾ ਟਾਈਮ ਨਹੀਂ ਕਰ ਸਕਦੇ ਅਤੇ ਹੁਣ ਇਹਨਾਂ ਨੂੰ ਖੋਲ੍ਹ ਦਿੰਦੇ ਹਾਂ। ਪਰ ਜਿਹੜੇ ਅੰਕੜੇ ਨੇ ਉਹ ਬਹੁਤ ਹੈਰਾਨ ਕਰਨ ਵਾਲੇ ਨੇ, ਕਿਉਂਕਿ ਪਿਛਲੇ 24 ਘੰਟਿਆਂ ਦੇ ਵਿੱਚ 2137 ਨਵੇਂ ਮਰੀਜ਼ ਸਾਹਮਣੇ ਆਏ ਨੇ ਜੀ। ਇੱਕ ਰਿਕਾਰਡ ਹੈ ਅੱਜ ਤੱਕ, ਹੁਣ ਤੱਕ ਇੰਨੇ ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਇੰਨੇ ਜਿਹੜੇ ਕੇਸ ਨੇ ਉਹ ਨਵੇਂ ਸਾਹਮਣੇ ਨਹੀਂ ਆਏ ਸੀ। 2137 ਨਵੇਂ ਕੇਸ ਸਾਹਮਣੇ ਆਏ ਨੇ ਜੀ। ਅਤੇ ਹੁਣ ਜਿਸ ਤਰੀਕੇ ਦੇ ਨਾਲ ਹੋਰ ਖੁੱਲ੍ਹ ਰਿਹਾ, ਹੋਰ ਛੋਟ ਮਿਲ ਰਹੀ ਆ, ਅਤੇ ਇਹਦੇ 'ਚ ਕੋਈ ਸ਼ੱਕ ਨਹੀਂ ਜੀ ਕਿ ਜਿਹੜਾ ਕਰੋਨਾ ਵਾਇਰਸ ਆ ਹੁਣ ਪੰਜਾਬ ਦੇ ਵਿੱਚ ਵੱਧ ਤੋਂ ਬਦਤਰ ਹਾਲਤ ਕਰੇਗਾ। ਸੋ ਇਸ ਕਰਕੇ ਸਰਕਾਰਾਂ ਨੇ ਆਪਣਾ ਕੰਮ ਕਰਨਾ ਅਤੇ ਜਿਹੜੇ ਅਸੀਂ ਆਮ ਜਨਤਾ, ਇਹ ਸਾਡੀ ਆਪਣੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਰੱਖਣਾ, ਕਿਉਂਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਰੋਜ਼ਾਨਾ ਹੁਣ 300 350 250 ਜਿਹੜੇ ਨਵੇਂ ਮਰੀਜ਼ ਨੇ ਜੀ ਉਹ ਸਾਹਮਣੇ ਆ ਰਹੇ ਨੇ। ਸੋ ਸਾਡੀ ਵੀ ਇਹੀ ਅਪੀਲ ਹੈ ਕਿ ਕਰੋਨਾ ਨੂੰ ਫਿਲਹਾਲ ਇੰਨੇ ਹਲਕੇ ਦੇ ਵਿੱਚ ਤੁਸੀਂ ਸਾਰੇ ਨਾ ਲਓ, ਅਤੇ ਜਿਹੜੀਆਂ ਵੀ ਸਾਵਧਾਨੀਆਂ ਵਰਤ ਕੇ ਹੁਣ ਤੱਕ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਰਹੇ ਹਾਂ ਉਹ ਸਾਵਧਾਨੀਆਂ ਅਸੀਂ ਜ਼ਰੂਰ ਕੰਟੀਨਿਊ ਕਰਾਂਗੇ। ਇਸ ਗੱਲ ਨੂੰ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਲਾਗੂ ਕਰਨਾ ਚਾਹੀਦਾ, ਅਤੇ ਤਾਂ ਹੀ ਅਸੀਂ ਆਪਣੇ ਪਰਿਵਾਰ ਨੂੰ ਅਤੇ ਖੁਦ ਨੂੰ ਸੁਰੱਖਿਅਤ ਰੱਖ ਸਕਾਂਗੇ, ਕਿਉਂਕਿ ਕਰੋਨਾ ਫਿਲਹਾਲ ਕਿਤੇ ਨਹੀਂ ਜਾਣ ਲੱਗਿਆ। ਇਸੇ ਤਰੀਕੇ ਦੇ ਨਾਲ ਆਹ ਸਾਲ ਤਾਂ ਜਿਹੜਾ ਮੰਨ ਲਓ ਜੀ ਕਿ ਪੂਰਾ ਕਰੋਨਾ ਦੀ ਬਲੀ ਚੜ੍ਹ ਗਿਆ, ਅਤੇ ਆਉਂਦੇ ਸਾਲ ਦੁਆ ਕਰੀਏ ਕਿ ਉਦੋਂ ਤੱਕ ਦਵਾਈ ਕੋਈ ਐਸੀ ਬਣ ਜੇ
ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚੋਂ ਇਸ ਕਰੋਨਾ ਮਹਾਮਾਰੀ ਨੂੰ ਜੜ ਤੋਂ ਖਤਮ ਕਰ ਦੇਵੇ। ਸੋ ਇਸੇ ਉਮੀਦ ਦੇ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਠੀਕ ਹੋਏਗਾ, ਕਾਫੀ ਸਾਰੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਇਹ ਹੋਣਗੀਆਂ। ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ ਇਹ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਮੰਗਦੇ ਹਾਂ ਜੀ। ਸੋ ਕੱਲ੍ਹ ਨੂੰ ਫਿਰ ਠੀਕ ਇਸੇ ਸਮੇਂ ਇਸੇ ਚੈਨਲ ਤੇ ਦੁਬਾਰਾ ਫਿਰ ਤੋਂ ਇਸੇ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਰਾਹੀਂ ਆਪ ਜੀ ਦੇ ਨਾਲ ਮੁਲਾਕਾਤ ਕਰਾਂਗੇ ਜੀ। ਸੋ ਕੱਲ੍ਹ ਤੱਕ ਦੇ ਲਈ ਧੰਨਵਾਦ ਹੈ ਤੇ ਰੱਬ ਰਾਖਾ ਜੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।